ਵਾਹਿਗੁਰੂ 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 ਸਾਹਿਬ ਜੀ। ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ। मन तन रता सच रंग इको नाम आधार। बिखिया रंग कुड़ाविया दिसन सबे शार। हरि अमृत बूंद सुहावनी मिल साधु पीवन हार। वन तिन प्रभ संग मौलिया समरथ पुरख अपार। हर मिलने नो मन लोचदा कर्म मिलावन हार। जिन्नी सखिए प्रभ पाया हों तिनकै सद बलहार। नानक हर जी मया कर शब्द सवारन हार। सावन तिना सुहागणी जिन राम नाम उरहार। नानक नामै सब हरियावली गुर कै शब्द विचार। हाँ तिन कै बलिहारने जिनि सच रखे आय उरतार। ज़हरा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल ज्ञान दे सागर। गुरुआं दे गुरु भगतां गुरुआं भट्टां सिखां दी इलाही बाणी। बाणी गुरजोत रूप दे विच धन धन श्री गुरु ग्रंथ साहिब जी महाराज महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत। धनता दे योग असी सारे ही वडभागे हाँ। गुरु साहब ने मेहर की है, दया की है। सावन दे महीने दा प्रवेश होया संगरांद है। सो इस संबंध विच असी अमृत वेला सफल कर रहे हैं, हाज़री भर रहे हैं और गुरु की बख्शिश प्राप्त कर रहे हैं। जेठ हाड़ दियाँ गर्मियाँ धुप्पां थोड़ा जिहा थोड़ी जी रिलीफ थोड़ा जिहा ठंडक जिंज कह लईए भी बरखा दे नाल बारिश दे नाल मींह होंदे नाल परमेश्वर सानू ठंडक वरताउंदा है। और जदों इंसान नू ठंडक मिलती है चाहे साडा तपदा शरीर होवे चाहे साडा तपदा मन होवे। जदों इस कलयुग दे विच नाम द्वारा ठंडक मिलती है जिसनों कहते हैं झिम झिम वरसै अमृत धारा। तो फिर महाराज जी कहते मन ते तन जिहड़ा वो शीतल हुंदा। मन तन रत्ता सच रंग
ਇੱਕੋ ਨਾਮ ਆਧਾਰ। ਕਹਿਣ ਦਾ ਭਾਵ ਜਦੋਂ ਆਪਣੀ ਸਾਡੀ ਜ਼ਿੰਦਗੀ ਦੇ ਵਿੱਚ ਸੇਵਾ ਜਾਂ ਸਿਮਰਨ ਦਾ ਮੀਂਹ ਪੈਂਦਾ, ਬਰਖਾ ਪੈਂਦੀ ਹੈ, ਫਿਰ ਜੀਵਨ ਦੇ ਵਿੱਚ ਖੁਸ਼ਹਾਲੀ ਜਿਵੇਂ ਹਰਿਆਵਲ ਹੀ ਹਰਿਆਵਲ ਇਹਨਾਂ ਦਿਨਾਂ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਜੋ ਫਲ ਬੂਟੇ ਜਿਹੜੇ ਸੁੱਕਦੇ ਸੀ ਉਹਨਾਂ ਦੇ ਵਿੱਚ ਹਰਿਆਵਲ ਆ ਜਾਂਦੀ ਹੈ। ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਪੇੜ ਪੌਦੇ ਰੁੱਖ ਵੀ ਲਾਉਣੇ ਸ਼ੁਰੂ ਕਰ ਦਿੰਦੇ ਹਾਂ। ਕਿਉਂ? ਕਿਉਂਕਿ ਕੁਦਰਤ ਦਾ ਬਦਲਾਵ ਹੈ, ਕੁਦਰਤ ਦੀ ਰੀਤ ਹੈ, ਵਿਧੀ ਹੈ। ਸੋ ਉਸ ਵਿਧੀ ਦੇ ਨਾਲ ਸਾਰੀ ਬਨਸਪਤੀ ਜਿਹੜੀ ਹੈ ਉਹ ਹਰੀ ਭਰੀ ਜਿਹੜੀ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਮਨੁੱਖ ਔਰ ਉਸ ਦਾ ਜਿਹੜਾ ਮਨ ਹੈ ਇਹ ਅੰਦਰੋਂ ਬਾਹਰੋਂ ਜਿਹੜਾ ਸਤਿਗੁਰੂ ਜੀ ਕਹਿੰਦੇ ਸ਼ੀਤਲ ਹੋ ਜਾਂਦਾ ਜਦੋਂ ਗੁਰੂ ਸਾਹਿਬ ਜੀ ਆਪਣੀ ਮਿਹਰ ਜਾਂ ਕਿਰਪਾ ਦਾ ਮੇਘ ਵਰਸਾਉਂਦੇ ਹਨ। ਸੋ ਆਓ ਅੱਜ ਦੇ ਮਹੀਨੇ ਦੀ ਜੋ ਸ਼ਬਦ ਦੀ ਵਿਚਾਰ ਹੈ, ਸਾਵਣ ਦਾ ਮਹੀਨਾ ਜਿਹਨੂੰ ਅਸੀਂ ਸਾਉਣ ਵੀ ਕਹਿੰਦੇ ਹਾਂ। ਸੋ ਇਸ ਮਹੀਨੇ ਦੀ ਸਾਡੇ ਪੰਜਾਬ ਦੇ ਲੋਕਾਂ ਦੀ ਰਵਾਇਤ ਅਨੁਸਾਰ ਵੀ ਮਹਾਨਤਾ ਹੈ, ਚਾਹੇ ਅਲੱਗ-ਅਲੱਗ ਸਾਡੇ ਇਲਾਕੇ ਹਨ, ਮਾਝਾ, ਮਾਲਵਾ, ਦੁਆਬਾ। ਇਹ ਚੀਜ਼ ਸੱਭਿਆਚਾਰ ਨਾਲ ਜੁੜੀ ਹੈ, ਪਰ ਅਸੀਂ ਜ਼ਿਆਦਾ ਸੱਭਿਆਚਾਰ ਵੱਲ ਨਹੀਂ ਜਾਣਾ। ਅਸੀਂ ਜੋ ਗੁਰਮਤ ਦੀ ਰੌਸ਼ਨੀ ਹੈ ਉਹਦੇ ਵਿੱਚ ਹੀ ਆਪ ਜੀ ਦੇ ਨਾਲ ਵਿਚਾਰ ਕਰਨੀ। ਸੋ ਉਹ ਸਾਡੇ ਰੀਤੀ ਰਿਵਾਜ ਹਨ ਜਿਹੜੇ ਚੱਲਦੇ ਹਨ। ਅਤੇ ਇਹ ਜਿਹੜਾ ਗੁਰਮਤ ਦਾ ਸਿਧਾਂਤ ਹੈ ਜਾਂ ਗੁਰਮਤ ਹੈ, ਗੁਰੂ ਦੀ ਸਿੱਖਿਆ ਹੈ, ਉਹ ਇਸ ਸ਼ਬਦ ਵਿੱਚ ਕਿਸ ਪ੍ਰਕਾਰ ਦੀ ਹੈ, ਗੁਰੂ ਸਾਹਿਬ ਤੋਂ ਅਸੀਂ ਸਰਵਣ ਕਰਦੇ ਹਾਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਝ ਰਾਗ ਦੇ ਵਿੱਚ ਇਸ ਸ਼ਬਦ ਨੂੰ ਉਚਾਰਨ ਕਰਦੇ ਹਨ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 12 ਮਾਹਾਂ ਦਾ ਪਾਠ 133 ਅੰਗ 'ਤੇ ਜੋ ਆਰੰਭ ਹੁੰਦਾ ਉਸ ਦੇ ਉੱਪਰ ਇਹ ਸ਼ਬਦ ਅੰਕਿਤ ਹੈ। ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ। ਮਹਾਰਾਜ ਜੀ ਕਹਿੰਦੇ ਜਿਵੇਂ ਸਾਉਣ ਦੇ ਮਹੀਨੇ ਵਿੱਚ ਬਰਖਾ ਦੇ ਨਾਲ ਬਨਸਪਤੀ ਹਰੀ ਹੋ ਜਾਂਦੀ, ਸਾਰਸੀ, ਸਾਰਸੀ ਮਤਲਬ ਰਸ ਵਾਲੀ, ਹਰਿਆਵਲੀ। ਜਿਵੇਂ ਧਰਤੀ, ਜਿਵੇਂ ਬਨਸਪਤੀ, ਪੇੜ ਪੌਦੇ, ਰੁੱਖ, ਇੱਥੋਂ ਤੱਕ ਕਿ ਪਸ਼ੂ ਤੱਕ ਵੀ ਉਹ ਵੀ ਠੰਡਕ ਮਹਿਸੂਸ ਕਰਦੇ ਹਨ ਅਤੇ ਉਹਨਾਂ ਦੇ ਅੰਦਰ ਵੀ ਜਿਹੜੀ ਠੰਡ ਪੈਂਦੀ ਹੈ ਔਰ ਸਾਡੇ ਅੰਦਰ ਵੀ ਠੰਡ ਪੈਂਦੀ ਹੈ ਔਰ ਸਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ। ਸੋ ਸਾਵਨ ਸਰਸੀ ਕਾਮਨੀ, ਗੁਰੂ ਮਹਾਰਾਜ ਜੀ ਕਹਿੰਦੇ ਨੇ ਇਸ ਰੁੱਤ ਦੇ ਵਿੱਚ, ਸਾਵਣ ਦੇ ਮਹੀਨੇ ਵਿੱਚ ਕਾਮਨੀ ਦਾ ਮਤਲਬ ਹੁੰਦਾ ਇਸਤਰੀ ਜਾਂ ਜੀਵ ਇਸਤਰੀ। ਇੱਥੇ ਅਸੀਂ ਸ਼ਬਦ ਵਰਤਾਂਗੇ, ਅਸੀਂ ਸਾਰੇ ਹੀ ਜੀਵ ਇਸਤਰੀਆਂ ਹਾਂ। ਸੋ ਮਹਾਰਾਜ ਜੀ ਕਹਿੰਦੇ ਜਦੋਂ ਉਸ ਮਾਲਕ ਦੀ ਮਿਹਰ ਜਾਂ ਬਾਣੀ ਸ਼ਬਦ ਦਾ ਮੇਘ ਵਰਸਦਾ ਹੈ, ਜਦੋਂ ਸਾਡਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਜਾਂ ਸੋਹਣੀ ਬਾਣੀ ਜਾਂ ਕਥਾ ਕੀਰਤਨ, ਢਾਡੀ ਵਾਰਾਂ ਜਾਂ ਕਵੀਸ਼ਰੀਆਂ ਦੀ ਕਵੀਸ਼ਰੀ ਜਾਂ ਹੋਰ ਬਾਣੀ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਪਾਠ ਵਿੱਚ ਜੁੜ ਜਾਂਦਾ, ਉਹ ਇਹ ਹੈ ਚਰਨ ਕਮਲ ਸਿਉ ਪਿਆਰ। ਜਦੋਂ ਜੁੜ ਜਾਂਦਾ ਤੇ ਫਿਰ ਮਹਾਰਾਜ ਜੀ ਕਹਿੰਦੇ ਨੇ ਇਸ ਦਾ ਹਿਰਦਾ ਜਿਹੜਾ ਹੈ ਉਹ ਖਿੜ ਪੈਂਦਾ, ਹਰਿਆ ਹੋ ਜਾਂਦਾ। ਕਿਸ ਦਾ? ਜਿਸ ਦਾ ਚਰਨ ਕਮਲ ਦੇ ਨਾਲ ਪਿਆਰ ਪੈ ਗਿਆ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਉਸ ਦੇ ਰੰਗ ਦੇ ਵਿੱਚ ਮਨ ਤੇ ਤਨ ਦੋਵੇਂ ਰੰਗੇ ਗਏ। ਤਨ ਸਾਡਾ ਉਸ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ, ਪੈਰ ਚੱਲ ਕੇ, ਹੱਥ ਜਿਹੜੇ ਨੇ ਸੇਵਾ ਕਰਕੇ ਜਾਂ ਸਿਰ ਮੱਥਾ ਸਾਡਾ ਨਤਮਸਤਕ ਹੋ ਕੇ, ਔਰ ਜਿਹੜਾ ਸਾਡਾ ਹਿਰਦਾ ਉਹ ਬਾਣੀ ਕੀਰਤਨ ਕਥਾ ਸੁਣ ਕੇ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਚਰਨਾਂ ਦੇ ਵਿੱਚ ਰੰਗ ਵਿੱਚ ਰੰਗਿਆ ਗਿਆ, ਰਤਾ ਗਿਆ। ਇੱਕੋ ਨਾਮ ਆਧਾਰ, ਪਰ ਰਤਾ ਉਹਦਾ ਗਿਆ ਜਿਸ ਦੀ ਜ਼ਿੰਦਗੀ ਦਾ ਆਧਾਰ ਕੇਵਲ ਇੱਕ ਹੀ ਨਾਮ ਹੈ। ਦੋ ਜਗ੍ਹਾ ਨਹੀਂ, ਦੋ ਜਗ੍ਹਾ ਨਹੀਂ, ਇੱਕੋ ਹੀ, ਜਿਹੜਾ ਇੱਕ ਹੀ ਜਗ੍ਹਾ 'ਤੇ ਟਿਕਦਾ।
ਜਿਵੇਂ ਕੋਈ ਸਿੱਖ ਹੈ ਉਹ ਸਿੱਖ ਬਣ ਕੇ ਰਵੇ, ਜਿਵੇਂ ਕੋਈ ਹਿੰਦੂ ਵੀਰ ਜਾਂ ਮੁਸਲਿਮ ਵੀਰ ਹੈ ਉਹ ਆਪਣੇ ਧਰਮ ਦੇ ਵਿੱਚ ਪੱਕਾ ਰਹੇ, ਜਾਂ ਕੋਈ ਹੋਰ ਕਿਸੇ ਧਰਮ ਦਾ ਇਨਸਾਨ ਬੰਦਾ ਹੈ ਉਹ ਆਪਣੇ ਆਪਣੇ ਧਰਮ ਵਿੱਚ ਪੱਕਾ ਰਹੇ। ਸਾਡੀ ਗੁਰਬਾਣੀ ਦੇ ਵਿੱਚ ਸਾਰਿਆਂ ਬਾਰੇ ਲਿਖਿਆ, ਮੁਸਲਮਾਨ ਦੇ ਜੀਵਨ ਬਾਰੇ ਵੀ ਲਿਖਿਆ ਵੀ ਉਹ ਕਿਵੇਂ ਦਾ ਹੋਵੇ, ਮੁਹੰਮਦਿਲ ਹੋਵੇ ਲਿਖਿਆ। ਹਿੰਦੂ ਦੇ ਬਾਰੇ ਵੀ ਲਿਖਿਆ ਵੀ ਉਹ ਵੀ ਸੱਚਾ ਹਿੰਦੂ ਕੈਸਾ ਹੋਵੇ, ਅਤੇ ਸਿੱਖ ਬਾਰੇ ਵੀ ਲਿਖਿਆ ਸੱਚਾ ਸਿੱਖ ਕੈਸਾ ਹੋਵੇ, ਅਤੇ ਚੰਗਾ ਇਨਸਾਨ ਵੀ ਲਿਖਿਆ ਚੰਗਾ ਇਨਸਾਨ ਕੈਸਾ ਹੋਵੇ। ਪਰ ਉਹ ਹੀ ਉਸ ਦੇ ਰੰਗ ਦੇ ਵਿੱਚ ਰੰਗਿਆ ਰਹਿ ਸਕਦਾ ਜਾਂ ਹੋ ਸਕਦਾ ਜਿਸ ਨੂੰ ਇੱਕੋ ਹੀ ਨਾਮ ਮਿਲਿਆ, ਇੱਕਾ ਬਾਣੀ ਇੱਕੋ ਗੁਰ, ਇੱਕੋ ਸ਼ਬਦ ਵਿਚਾਰ। ਇੱਕ ਹੀ ਸ਼ਬਦ ਦੇ ਨਾਲ ਇੱਕ ਹੀ ਆਪਣੇ ਮਾਲਕ, ਕਿਉਂਕਿ ਮਾਲਕ ਇੱਕ ਹੈ, ਭਾਵੇਂ ਉਹਦੇ ਨਾਮ ਅਲੱਗ ਅਲੱਗ ਹਨ, ਅਸੰਖ ਨਾਵ ਅਸੰਖ ਥਾਵ ਜਾਂ ਗਮ ਗਮ ਅਸੰਖ ਲੋ, ਭਾਵੇਂ ਅਲੱਗ ਅਲੱਗ ਹਨ ਪਰ ਪਰਮੇਸ਼ਰ ਇੱਕ ਹੈ, ਗੋਡ ਇਜ਼ ਵਨ, ਇੱਕ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਇੱਕੋ 'ਤੇ ਹੀ ਭਰੋਸਾ ਰੱਖਣਾ। ਜਿਵੇਂ ਜਾਂ ਹੋਰ ਇੱਕ ਉਦਾਹਰਨ ਲੈਂਦੇ ਹਾਂ, ਜਿਵੇਂ ਕਿਸੇ ਨੇ ਦਰਿਆ ਪਾਰ ਕਰਨਾ, ਉੱਥੇ ਬੇੜੀਆਂ 5 10 20 ਵੀ ਹੋ ਸਕਦੀਆਂ, ਅਤੇ ਅਸੀਂ 2 ਬੇੜੀਆਂ ਜਾਂ 3 ਬੇੜੀਆਂ ਦੇ ਵਿੱਚ ਪੈਰ ਰੱਖ ਕੇ ਥੋੜ੍ਹਾ ਉਹ ਦਰਿਆ ਜਾਂ ਨਦੀ ਪਾਰ ਕਰਦੇ ਹਾਂ। ਅਸੀਂ ਇੱਕ ਹੀ ਬੇੜੀ ਦੇ ਵਿੱਚ ਪੈਰ ਧਰ ਕੇ ਜਾਂ ਉਸ 'ਤੇ ਸਵਾਰ ਹੋ ਕੇ ਇੱਕ ਕੰਢੇ ਤੋਂ ਦੂਸਰੇ ਕੰਢੇ ਤੱਕ ਦੀ ਯਾਤਰਾ ਜਾਂ ਸਫ਼ਰ ਤੈਅ ਕਰ ਸਕਦੇ ਹਾਂ। ਅਤੇ ਜਿਹੜਾ ਕਹੇਗਾ ਵੀ 2 ਬੇੜੀਆਂ ਚਲਾ ਦਿਓ ਇਕੱਠੀਆਂ, ਅਤੇ ਉਹ 2 ਬੇੜੀਆਂ ਜਿਹੜੀਆਂ ਨੇ ਪਾਰ ਨਹੀਂ ਲਾਉਂਦੀਆਂ। ਹਰ ਇੱਕ ਦੀ ਦਿਸ਼ਾ ਅਲੱਗ ਅਲੱਗ ਹੈ, ਧਿਆਨ ਦੇਣਾ। ਧਰਮ ਸਾਰੇ ਹੀ ਚੰਗੇ ਨੇ, ਹਰ ਧਰਮ ਦੀ ਮਰਿਆਦਾ ਅਲੱਗ ਅਲੱਗ ਹੈ, ਹਰ ਧਰਮ ਦੀ ਮਰਿਆਦਾ ਅਲੱਗ ਅਲੱਗ ਹੈ। ਕਿਸੇ ਧਰਮ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ, ਪਰ ਹਰ ਧਰਮ ਦੀ ਮਰਿਆਦਾ ਅਲੱਗ ਹੈ। ਇਸਲਾਮ ਦੇ ਵਿੱਚ ਮਰਿਆਦਾ ਉਹਨਾਂ ਦੀ ਸ਼ਰ੍ਹਾ ਹੋਰ, ਸਾਡੀ ਮਰਿਆਦਾ ਹੋਰ ਹੈ, ਪਰ ਰਸਤਾ ਉੱਥੇ ਹੀ ਜਾਂਦਾ ਜਿਹਨੂੰ ਕਹਿੰਦੇ ਨੇ ਅਵਲ ਅੱਲਾ ਨੂਰਿਓ ਪਾਇਆ ਕੁਦਰਤ ਕੇ ਸਭ ਬੰਦੇ। ਸੋ ਇਸ ਲਈ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਵੀ ਇੱਕੋ ਨਾਮ ਹੀ ਆਧਾਰ, ਜਿਸ ਦੀ ਜ਼ਿੰਦਗੀ ਦੇ ਵਿੱਚ ਕੇਵਲ ਇੱਕੋ ਹੀ ਨਾਮ ਆਸਰਾ ਬਣ ਜਾਂਦਾ, ਉਹਦਾ ਹੀ ਮਨ ਤਨ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ। ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ। ਮਾਇਆ ਦੇ ਰੰਗ ਮਹਾਰਾਜ ਜੀ ਕਹਿੰਦੇ ਨੇ ਇਹ ਝੂਠੇ ਔਰ ਕੌੜੇ ਹਨ। ਮਾਇਆ ਦੇ ਰੰਗ ਜਾਂ ਮਾਇਆ ਦਾ ਰਸ ਵਿਖਿਆ ਵੀ ਹੈ, ਕੂੜ ਵੀ ਹੈ, ਮਤਲਬ ਝੂਠਾ ਵੀ ਹੈ ਅਤੇ ਕੌੜਾ ਵੀ ਹੈ। ਦਿਸਨ ਸਭੇ ਛਾਰ, ਜਿਹੜਾ ਮਾਲਕ ਦੇ ਰੰਗ ਦੇ ਵਿੱਚ ਮਨ ਤਨ ਕਰਕੇ ਰੰਗਿਆ ਜਾਂਦਾ ਉਹਨੂੰ ਸੰਸਾਰ ਦੇ ਰਸ ਝੂਠੇ ਅਤੇ ਸੁਆਹ ਦਿਸਦੇ ਹਨ, ਖਾਕ ਦਿਸਦੇ ਹਨ, ਖਾਕ ਦਿਸਦੇ ਹਨ। ਸੰਸਾਰ ਦੇ ਵਿੱਚ ਜਿੰਨੀ ਵੀ ਕੋਈ ਵੀ ਚੀਜ਼ ਜਾਂ ਪਦਾਰਥਾਂ ਦੇ ਰੂਪ ਦੇ ਵਿੱਚ ਸਾਨੂੰ ਦਿਸ ਰਹੀ ਹੈ, ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਗਿਆ, ਮਹਾਰਾਜ ਜੀ ਕਹਿੰਦੇ ਉਹਦੇ ਲਈ ਸਾਰੀਆਂ ਚੀਜ਼ਾਂ ਸਮਾਨ ਹਨ। ਕੰਚਨ ਮਾਟੀ ਮਨ ਹੈ, ਉਹ ਸੋਨੇ ਨੂੰ ਵੀ ਮਿੱਟੀ ਜਾਣਦਾ। ਇਹ ਨੌਵੇਂ ਪਾਤਸ਼ਾਹ ਜੀ ਕਹਿੰਦੇ ਕੰਚਨ ਮਾਟੀ ਮਨ, ਜਿਹੜਾ ਸ਼ਬਦ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਉਹਦੇ ਵਿੱਚ ਲਿਆ ਕੰਚਨ ਮਾਟੀ ਮਨ। ਉਹ ਐਸਾ ਰੱਬ ਦਾ ਬੰਦਾ ਜਿਹੜਾ ਮਨ ਤਨ ਕਰਕੇ ਰੰਗਿਆ ਹੁੰਦਾ, ਉਹ ਜਿਹੜਾ ਹੈ ਉਹ ਦੁਨਿਆਵੀ ਵਸਤੂਆਂ ਨੂੰ, ਦੁਨਿਆਵੀ ਰਸਾਂ ਨੂੰ ਜਾਂ ਦੁਨਿਆਵੀ ਕਰੰਸੀ ਨੂੰ ਉਹ ਮਿੱਟੀ ਜਾਣਦਾ, ਮਿੱਟੀ ਸਮਝਦਾ ਹੈ, ਔਰ ਉਸ ਦੇ ਨਾਲ ਕੇਵਲ ਆਪਣਾ ਜੀਵਨ ਬਤੀਤ ਕਰਦਾ, ਨਾ ਕਿ ਉਸ ਨੂੰ ਜੀਵਨ ਦਾ ਅੰਗ ਬਣਾਉਂਦਾ। ਅੰਗ ਦਾ ਮਤਲਬ ਵੀ ਸਦੀਵੀ, ਉਹ ਉਸ ਨੂੰ ਸਦੀਵੀ ਆਪਣੇ ਨਾਲ ਨਹੀਂ ਰੱਖਦਾ। ਜੇ ਮਾਇਆ ਹੁੰਦੀ ਤਾਂ ਗੁਜਰਾਨ ਦੇ ਰੂਪ ਦੇ ਵਿੱਚ ਉਹ ਉਸ ਨੂੰ ਇਸਤੇਮਾਲ ਕਰ ਲੈਂਦਾ, ਅਤੇ ਜਿਹੜਾ ਆਪਣਾ ਪਰਿਵਾਰ ਹੈ ਉਹਨੂੰ ਨਿਸ਼ਾਨ ਦੇ ਰੂਪ ਦੇ ਵਿੱਚ, ਮਾਇਆ ਗੁਜਰਾਨ ਦੇ ਰੂਪ ਦੇ ਵਿੱਚ ਉਹ ਉਸ ਨੂੰ ਮਤਲਬ ਸੰਸਾਰ ਦੇ ਪਦਾਰਥਾਂ ਨੂੰ ਇਸ ਪ੍ਰਕਾਰ ਵਰਤਦਾ, ਨਾ ਕਿ ਉਹ ਉਸ ਦੇ ਵਿੱਚ ਲੀਨ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਵਿਖਿਆ ਰੰਗ ਮਤਲਬ ਮਾਇਆ ਦੇ ਕੂੜੇ ਫਿੱਕੇ ਜਾਂ ਕੌੜੇ ਰੰਗ ਸਮਝਦਾ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ, ਕਹਿੰਦੇ ਵੀ ਜ਼ਹਿਰ ਵਾਲੀ ਗੰਦਲ ਹੈ ਸੰਸਾਰ ਦੇ ਪਦਾਰਥ ਜਾਂ ਮੋਹ, ਉਹਦੇ ਨਾਲ
मतलब कि खंड चिंबड़ी हुई है ਜਾਂ ਉਹਨੂੰ ਲਵੇੜਿਆ ਹੋਇਆ, ਉਹਦੇ ਨਾਲ ਲੇਪ ਕੀਤਾ ਹੋਇਆ। ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ, ਜਿਵੇਂ ਜ਼ਹਿਰ ਦੀ ਜਾਂ ਮੋਹ ਦੀ ਗੰਦਲ ਨੂੰ ਮਤਲਬ ਮਿੱਠੀ ਜ਼ਹਿਰ ਵੀ ਕਹਿ ਸਕਦੇ ਹਾਂ, ਉਹ ਲਾ ਦਿੱਤੀ ਜਾਵੇ ਅਤੇ ਸੰਸਾਰ ਦੇ ਪਦਾਰਥਾਂ ਨੂੰ, ਜਿਹਦਾ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਉਹ ਸੰਸਾਰ ਦੀ ਇਸ ਜ਼ਹਿਰ ਤੋਂ ਬਚ ਕੇ ਰਹਿੰਦਾ ਹੈ। ਮਤਲਬ ਨਿਰਲੇਪ। ਅੱਖਾਂ ਰੱਬ ਨੂੰ ਵੀ ਪ੍ਰਾਪਤ ਕਰਦੀਆਂ, ਅੱਖੀਆਂ ਜ਼ਹਿਰ ਵੀ ਪ੍ਰਾਪਤ ਕਰਦੀਆਂ। ਧਿਆਨ ਦੇਣਾ, ਅੱਖੀਆਂ ਦੇ ਨਾਲ ਜਦੋਂ ਸੰਗਤ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਅਤੇ ਇਹਨਾਂ ਨੇ ਅੰਮ੍ਰਿਤ ਰਸ ਇਕੱਤਰ ਕੀਤਾ। ਜਦ ਇਹਨਾਂ ਅੱਖੀਆਂ ਨੇ ਗਲਤ ਜਾਂ ਮੈਲਾ ਦੇਖਿਆ, ਇਹਨਾਂ ਨੇ ਜ਼ਹਿਰ ਆਪਣੇ ਲਈ ਇਕੱਠਾ ਕਰ ਲਿਆ। ਜਦ ਨੇਤਰਾਂ ਨੇ ਦੇਖਿਆ ਚੰਗਾ ਅਤੇ ਚੰਗੀ ਚੀਜ਼ ਇਕੱਠੀ ਕਰ ਲਈ, ਅੰਮ੍ਰਿਤ ਰਸ ਇਕੱਠਾ ਕਰ ਲਿਆ। ਕੰਨਾਂ ਨੇ ਇਹ ਸਰਵਣੋ ਮੇਰੇ ਉਹ ਸਾਚੇ ਸੋਨੇ ਨੋ ਪਠਾਏ, ਜਦੋਂ ਸਿਵਤ ਸਲਾਹ ਸਰਵਣ ਕੀਤੀ ਅਤੇ ਇਹ ਕੰਨ ਜਿਹੜੇ ਇਹਨਾਂ ਨੂੰ ਪਵਿੱਤਰ ਕਹਿ ਦਿੱਤਾ ਗਿਆ। ਔਰ ਜੇ ਇਹਨਾਂ ਨੇ ਕੰਨਾਂ ਦੇ ਨਾਲ ਗਲਤ ਚੀਜ਼ਾਂ, ਚੁਗਲੀ, ਨਿੰਦਿਆ ਸਰਵਣ ਕੀਤੀ, ਫਿਰ ਮਹਾਰਾਜ ਜੀ ਕਹਿੰਦੇ ਨੇ ਉਹ ਫਿਰ ਵਿਖਿਆ ਰੰਗ ਕੁੜਾਵਿਆ। ਇਹ ਫਿਰ ਜਿਹੜੇ ਰੰਗ ਸੀ ਝੂਠੇ ਅਤੇ ਕੌੜੇ, ਇਹ ਕੰਨਾਂ ਰਾਹੀਂ ਪ੍ਰਵੇਸ਼ ਕਰ ਗਏ, ਨੇਤਰਾਂ ਰਾਹੀਂ ਕਰ ਗਏ, ਸਪਰਸ਼ ਰਾਹੀਂ ਕਰ ਗਏ, ਸੁਗੰਧੀ ਰਾਹੀਂ ਕਰ ਗਏ, ਵਿਚਾਰ ਰਾਹੀਂ ਕਰ ਗਏ, ਸੋਚ ਰਾਹੀਂ ਕਰ ਗਏ। ਦੁਨੀਆ ਦੇ ਵਿੱਚ ਜਿਹੜਾ ਜ਼ਹਿਰ ਹੈ ਉਹ ਇੱਕ ਤਰੀਕੇ ਦੇ ਨਾਲ ਪ੍ਰਵੇਸ਼ ਨਹੀਂ ਕਰਦਾ, ਅਨੇਕ ਤਰੀਕਿਆਂ ਦੇ ਨਾਲ ਮਨੁੱਖ ਦੇ ਅੰਦਰ ਪ੍ਰਵੇਸ਼ ਕਰਦਾ ਹੈ। ਧਿਆਨ ਦੇਣਾ। ਇਸ ਕਰਕੇ ਉਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਨੂੰ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਨੇ ਤੁਛ ਲੱਗਦੀਆਂ ਨੇ, ਸਵਾਹ ਲੱਗਦੀਆਂ ਹਨ, ਉਹਨਾਂ ਦੇ ਲਈ ਕੋਈ ਕੀਮਤ ਨਹੀਂ। ਜਿਵੇਂ ਭਗਤ ਰਵਿਦਾਸ ਜੀ ਨੂੰ ਕਹਿੰਦੇ ਕੋਈ ਸਾਧੂ ਪਾਰਸ ਦੇ ਗਿਆ ਸੀ, ਕਹਿੰਦਾ ਤੂੰ ਬਹੁਤ ਚੰਗਾ ਬੰਦਾ, ਰੱਬ ਨਾਲ ਜੁੜਿਆ, ਤੇਰੀ ਗਰੀਬੀ ਮੇਰੇ ਕੋਲ ਦੇਖੀ ਨਹੀਂ ਗਈ, ਇਸ ਪਾਰਸ ਦੇ ਨਾਲ ਲੋਹੇ ਨੂੰ ਛੂਹ ਕੇ ਤੂੰ ਕੰਚਨ ਬਣਾ ਕੇ ਅਮੀਰ ਹੋ ਜਾਈਂ। ਉਹ ਕਹਿੰਦੇ ਵੀ ਉੱਥੇ ਰੱਖ ਦੇ ਅੰਦਰ ਆਪ ਹੀ, ਜੇ ਤੂੰ ਦੇਣਾ ਹੀ ਚਾਹੁੰਦਾ, ਵੈਸੇ ਸਾਡੀ ਇੱਛਾ ਨਹੀਂ। ਅਤੇ ਉਹ ਪਾਰਸ ਜਿੱਥੇ ਰੱਖਿਆ ਸੀ ਉੱਥੇ ਹੀ ਪਿਆਰਿਆ, ਅਤੇ ਉਹ ਕਾਫੀ ਸਮੇਂ ਬਾਅਦ ਵਾਪਸ ਪਰਤਿਆ। ਕੰਚਨ ਮਾਟੀ ਮਨ ਹੈ। ਉਹ ਆ ਕੇ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਪ੍ਰਮਾਣ ਸਾਂਝਾ ਕਰ ਰਿਹਾ ਕਿ ਵਿਖਿਆ ਰੰਗ ਕੁੜਾਵਿਆ। ਅਤੇ ਉਹ ਸਾਧੂ ਜਿਹੜਾ ਵਾਪਸ ਆ ਕੇ ਕਹਿੰਦਾ ਬਈ ਤੂੰ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ, ਆਪਣੇ ਘਰ-ਬਾਰ ਨੂੰ ਬਦਲਿਆ ਨਹੀਂ, ਤੂੰ ਮਤਲਬ ਕੋਈ ਵੀ ਚੀਜ਼ ਹੋਰ ਨਵੀਂ ਨਹੀਂ ਲਿਆਂਦੀ, ਜਾਂ ਆਪਣਾ ਘਰ ਸੋਹਣਾ ਨਹੀਂ ਬਣਾਇਆ, ਤੈਨੂੰ ਪਾਰਸ ਦੇ ਗਿਆ ਸੀ। ਉਹ ਕਹਿੰਦੇ ਸਾਨੂੰ ਕੋਈ ਇਸ ਚੀਜ਼ ਦੇ ਨਾਲ ਮਤਲਬ ਨਹੀਂ ਹੈ, ਬਹੁਤ ਸਾਨੂੰ ਇਹਦੇ ਨਾਲ ਲਗਾਵ ਨਹੀਂ ਹੈ, ਕੁਛ ਵੀ ਲਗਾਵ ਨਹੀਂ ਹੈ। ਵੀ ਜਿਹੜੀ ਚੀਜ਼ ਤੂੰ ਦੇ ਕੇ ਗਿਆ ਸੀ ਅਸੀਂ ਤਾਂ ਦੇਖੀ ਵੀ ਨਹੀਂ, ਉਹ ਕੀ ਹੈ, ਜਿੱਥੇ ਰੱਖੀ ਸੀ ਉੱਥੇ ਆਪ ਹੀ ਦੇਖ ਲੈ, ਆਪ ਹੀ ਲੈ ਲੈ, ਸਾਨੂੰ ਇਸ ਦੀ ਜ਼ਰੂਰਤ ਨਹੀਂ। ਕਿਉਂਕਿ ਸਿੱਖ ਦੇ ਲਈ, ਭਗਤ ਦੇ ਲਈ ਪਾਰਸ ਕਿਹੜਾ? ਗੁਰ ਪਾਰਸ ਹਮ ਲੋ ਮਿਲ ਕੰਚਨ ਹੋਆ ਰਾਮ। ਜਿਹੜਾ ਸਿੱਖ ਹੈ ਉਹਦੇ ਲਈ ਪਾਰਸ ਕੀ ਹੈ? ਸੰਸਾਰ ਦਾ ਧਨ ਪਾਰਸ ਨਹੀਂ। ਸੰਸਾਰ ਦੇ ਸੁੱਖ ਵੀ ਜਿਹੜਾ ਹੈ ਨਾ, ਉਹ ਗੁਰਸਿੱਖ ਉਹਨਾਂ ਨੂੰ ਪਾਰਸ ਦੇ ਰੂਪ ਦੇ ਵਿੱਚ ਨਹੀਂ ਸਮਝਦਾ ਵੀ ਬੜਾ ਕੀਮਤੀ ਚੀਜ਼ ਹੈ ਜਾਂ ਪਦਾਰਥ। ਉਹ ਗੁਰੂ ਨੂੰ ਹੀ ਪਾਰਸ ਸਮਝਦਾ। ਗੁਰ ਪਾਰਸ ਹਮ ਲੋਹ, ਲੋਹ ਦਾ ਮਤਲਬ ਲੋਹਾ। ਗੁਰੂ ਪਾਰਸ ਵਰਗਾ ਹੈ ਅਤੇ ਅਸੀਂ ਲੋਹੇ ਵਰਗੇ ਹਾਂ, ਅਤੇ ਜਦੋਂ ਗੁਰੂ ਨਾਲ ਮਿਲ ਗਏ ਤਾਂ ਕੀਮਤੀ ਬਣ ਜਾਵਾਂਗੇ। ਮਤਲਬ ਮਿਲ ਕੰਚਨ ਹੋਆ ਰਾਮ, ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਅਗਲੀ ਪੰਕਤੀ। ਸੋ ਸਤਿਗੁਰੂ ਜੀ ਫਰਮਾਨ ਕਰਦੇ ਹਨ ਅਗਲੀ ਪੰਕਤੀ ਦੇ ਵਿੱਚ, ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਬੰਦੇ, ਜਾਂ ਜਿਹੜਾ ਜੁੜਨਾ ਚਾਹੁੰਦੇ ਹਨ, ਜਾਂ ਜਿਨ੍ਹਾਂ ਨੂੰ ਜੁੜਨਾ ਚਾਹੀਦਾ, ਜੇ ਉਹ ਹਰੀ ਦੇ ਨਾਮ ਦੀ ਅੰਮ੍ਰਿਤ ਬੂੰਦ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਜਾਂਦੇ ਹਨ, ਅਤੇ ਉਹਨਾਂ ਦੇ ਲਈ ਪੰਜਵੇਂ ਪਾਤਸ਼ਾਹ ਨੇ ਇੱਕ ਹੋਰ ਸ਼ਬਦ ਵਿੱਚ ਲਿਖਿਆ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ, ਕਿਨਕਾ ਏਕ ਜਿਸ ਜੀ ਵਸਾਵੈ ਤਾਕੀ ਮਹਿਮਾ ਗਣੀ ਨਾ ਆਵੇ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨਹਾਰ। ਸਾਧੂ ਸ਼ਬਦ ਗੁਰੂ ਦੇ ਪਿਆਰੇ ਲਈ ਵੀ ਹੈ, ਸਾਧੂ ਸ਼ਬਦ ਗੁਰੂ ਵਾਸਤੇ ਵੀ ਹੈ।
ਸੋ ਬਾਣੀ ਦਾ ਇਸ਼ਾਰਾ ਜਦੋਂ ਅਸੀਂ ਪੜ੍ਹਦੇ ਹਾਂ, ਅਰਥ ਕਰਦੇ ਹਾਂ, ਇੱਕ ਤਰਫਾ ਨਹੀਂ ਹੁੰਦਾ ਵੀ ਅਸੀਂ ਇੱਕ ਹੀ ਸ਼ਬਦ ਕਹੀਏ ਜਾਂ ਗੁਰੂ ਕਹੀਏ ਜਾਂ ਕੇਵਲ ਸਾਧੂ ਜਾਂ ਗੁਰਸਿੱਖ ਕਹੀਏ, ਸਾਰੇ ਹੀ ਅਸੀਂ ਇਹ ਸ਼ਬਦ ਵਰਤ ਸਕਦੇ ਹਾਂ। ਸੋ ਮਹਾਰਾਜ ਜੀ ਕਹਿੰਦੇ ਜਿਸ ਨੇ ਅੰਮ੍ਰਿਤ ਬੂੰਦ ਪੀਣੀ ਹੈ ਉਹ ਸੰਗਤ ਵਿੱਚ ਮਿਲ ਕੇ ਗੁਰੂ ਦੀ ਬਖਸ਼ਿਸ਼, ਜਾਂ ਇੰਝ ਕਹਿ ਸਕਦੇ ਹਾਂ ਵੀ ਸਾਧੂਆਂ ਦੀ ਸੰਗਤ। ਸਾਧੂ ਕਿਹੜੇ ਨੇ? ਜਿਨ੍ਹਾਂ ਨੇ ਸਾਧਿਆ ਮਨ ਨੂੰ। ਉਹ ਜਿਹੜੇ ਮਰਜ਼ੀ ਹੋ ਸਕਦੇ ਨੇ, ਪੈਂਟ ਸ਼ਰਟ ਵਾਲੇ ਵੀ, ਗੋਲ ਪੱਗ ਵਾਲੇ ਵੀ, ਤਿੱਖੀ ਪੱਗ ਵਾਲੇ ਵੀ, ਚਿੱਟੀ ਵਾਲੇ, ਨੀਲੀ, ਕਾਲੀ, ਪੀਲੀ, ਕੁਛ ਵੀ ਬੰਨਿਆ ਪਾਇਆ ਹੋਵੇ ਜਾਂ ਕੋਈ ਵੀ ਵਸਤਰ ਪਾਇਆ ਹੋਵੇ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਐਨਸ ਭਾਗੋ। ਜਿਨ੍ਹਾਂ ਨੇ ਇਹ ਚੀਜ਼ ਆਪਣੇ ਅੰਦਰ ਕੀਤੀ ਹੋਈ ਹੈ, ਮਨ ਨੂੰ ਸਾਧਿਆ ਹੋਇਆ, ਉਹ ਸਾਧੂ ਹੈ। ਇੱਦਾਂ ਦਾ ਜਿਹੜਾ ਸਾਧੂ ਹੈ, ਗੁਰਸਿੱਖ ਹੈ, ਮਹਾਰਾਜ ਜੀ ਕਹਿੰਦੇ ਉਹਦੀ ਸੰਗਤ ਕਰਕੇ, ਉਹਦੇ ਕੋਲ ਬਹਿ ਕੇ ਇਹ ਰਸ ਨੂੰ ਤੂੰ ਪੀ, ਇਹ ਰਸ ਤੈਨੂੰ ਪੀਣਾ ਚਾਹੀਦਾ। ਧਿਆਨ ਦੇਣਾ, ਅਸੀਂ ਇਕੱਲੇ ਬੋਲੇ ਜਾਈਏ ਉਹ ਵੀ ਸੰਗਤ ਹੁੰਦੀ, ਅਸੀਂ ਇਕੱਲੇ ਹੀ ਪਰਮੇਸ਼ਰ ਦੀ ਯਾਦ ਵਿੱਚ ਬੋਲੀ ਜਾਈਏ ਉਹ ਵੀ ਸੰਗਤ ਹੁੰਦੀ ਹੈ। ਪਰ ਜਦੋਂ ਅਸੀਂ ਦੋ ਜਾਂ ਚਾਰ ਜੀ ਬਹਿ ਕੇ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਸਾਡੇ ਅੰਦਰ ਇੱਕ ਦੂਜੇ ਦੀ ਗੱਲ ਸੁਣ ਕੇ ਇੰਟਰਸਟ ਪੈਦਾ ਹੁੰਦਾ। ਧਿਆਨ ਦੇਣਾ ਵੀ ਉਸਨੇ ਉਹ ਗੱਲ ਮੈਨੂੰ ਸੁਣਾਈ ਹੈ, ਇਹ ਗੱਲ ਦੇ ਬਾਰੇ ਮੈਨੂੰ ਵੀ ਪਤਾ ਹੈ, ਜਾਂ ਇਹਦੇ ਨਾਲ ਮੈਂ ਇੱਕ ਹੋਰ ਚੀਜ਼ ਜੋੜ ਸਕਦਾ। ਜਦੋਂ ਅਸੀਂ ਦੋ ਬਹਿ ਜਾਂਦੇ ਹਾਂ, ਦੋ ਰੂਹਾਂ ਬਹਿ ਜਾਂਦੀਆਂ, ਚਾਰ ਰੂਹਾਂ ਬਹਿ ਜਾਂਦੀਆਂ, 400 ਰੂਹਾਂ ਬਹਿ ਜਾਂਦੀਆਂ, ਫਿਰ ਉਹ ਜਿਹੜੀ ਸੰਗਤ ਹੁੰਦੀ ਹੈ ਉਹ ਇੱਕ ਕਮਾਲ ਦੀ ਚੀਜ਼ ਬਣਦੀ। ਉੱਥੋਂ ਜਿਹੜੀ ਡਿੱਗੀ ਹੋਈ ਅੰਮ੍ਰਿਤ ਬੂੰਦ ਹੈ ਉਹ ਬਹੁਤ ਜ਼ਿਆਦਾ ਅਸਰ ਕਰਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਓ ਸੱਚੀ ਬਾਣੀ। ਹੋਵੋ ਇਕੱਤਰ, ਇਕੱਠੇ ਹੋ ਜਾਓ, ਮਿਲੋ ਮੇਰੇ ਭਾਈ, ਇੱਕ ਦੂਜੇ ਨੂੰ ਮਿਲੋ, ਇੱਕ ਦੂਜੇ ਨੂੰ ਮਿਲ ਕੇ ਇਕੱਠੇ ਬਹਿ ਜਾਓ। ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਦੁਬਿਧਾ ਨੂੰ, ਭਰਮ ਨੂੰ, ਸ਼ੱਕ ਨੂੰ ਦੂਰ ਕਰਕੇ ਆਪਸ ਵਿੱਚ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈ। ਇਕੱਠੇ ਬਹਿ ਜਾਓ। ਗੁਰਮੁਖ ਜਦੋਂ ਇਕੱਠੇ ਬਹਿੰਦੇ ਨੇ ਤੇ ਕੀ ਕਰਦੇ ਨੇ? ਜਿਹੜੇ ਗੁਰਮੁਖ ਨੇ ਉਹ ਗੁਰੂ ਦੀ ਗੱਲ ਕਰਦੇ ਨੇ। ਜਿਹੜੇ ਗੁਰਮੁਖ ਹੁੰਦੇ ਨੇ ਉਹ ਗੁਰੂ ਦੀ ਗੱਲ ਕਰਦੇ ਨੇ। ਜਿਹੜੇ ਮਨਮੁਖ ਹੁੰਦੇ ਨੇ ਉਹ ਸੰਸਾਰ ਦੀ ਗੱਲ ਸ਼ੁਰੂ ਕਰਦੇ ਨੇ। ਗੁਰਮੁਖ ਕਦੇ ਵੀ ਦੂਜੀ ਗੱਲ ਨਹੀਂ ਕਰਦਾ, ਨਹੀਂ ਕਰਦਾ। ਉਹ ਕੇਵਲ ਤੇ ਕੇਵਲ ਜਦੋਂ ਬੈਠੇਗਾ ਉਹ ਰੱਬ ਦੀ ਗੱਲ ਕਰੇਗਾ, ਕਿਸੇ ਦੀ ਗੱਲ ਨਹੀਂ ਕਰੇਗਾ। ਕਿਸੇ ਦੀ ਗੱਲ, ਜਿਵੇਂ ਕੱਲ੍ਹ ਪਰਸੋਂ ਵੀ ਸਰਵਣ ਕਰਵਾਇਆ, ਕਿਸੇ ਦੀ ਗੱਲ ਕਰਨ ਦੇ ਨਾਲ ਉਹਦਾ ਭਾਰ ਘਟ ਜਾਂਦਾ ਹੈ ਅਤੇ ਆਪਣੇ ਜਿਹੜੇ ਪੁੰਨ ਨੇ ਉਹ ਖਤਮ ਹੋ ਜਾਂਦੇ ਨੇ। ਆਪਣੇ ਕਰਮ ਜਿਹੜੇ ਨੇ ਉਹ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਅਤੇ ਜਿਉਂ-ਜਿਉਂ ਸਾਡੇ ਪੁੰਨ ਅਤੇ ਕਰਮ ਜਿਹੜੇ ਨੇ ਖਤਮ ਹੁੰਦੇ ਹਨ, ਮਾੜੀ ਸੋਚ, ਮਾੜੇ ਵਿਚਾਰ, ਮਾੜੀ ਬੋਲਬਾਣੀ ਜਾਂ ਨਿੰਦਿਆ ਚੁਗਲੀ ਝੂਠ ਦੇ ਨਾਲ ਫਿਰ ਸਾਨੂੰ ਹੌਲੀ ਹੌਲੀ ਫਿਰ ਉਹ ਦੁੱਖ ਦਾ ਕਾਰਨ ਬਣਨ ਲੱਗਦੇ ਹਨ। ਜਿਹੜੇ ਪੁੰਨ ਕਰਮ ਹਨ ਜਾਂ ਸ਼ੁਭ ਕਰਮ ਹਨ, ਇਹ ਸਾਨੂੰ ਸ਼ਾਂਤੀ ਦਿੰਦੇ ਹਨ, ਸੁੱਖ ਦਿੰਦੇ ਹਨ, ਸਾਡੇ ਜੀਵਨ ਦਾ ਰਾਹ ਪੱਧਰਾ ਕਰਦੇ ਨੇ। ਧਿਆਨ ਦੇਣਾ, ਸ਼ੁਭ ਕਰਮ ਜਿਹੜੇ ਨੇ, ਸ਼ੁਭ ਭਾਵਨਾਵਾਂ ਜਿਹਨੂੰ ਕਹਿੰਦੇ ਨੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਜੇ ਕਿਸੇ ਦੇ ਅੰਦਰ ਸ਼ੁਭ ਭਾਵਨਾ ਹੋਏਗੀ ਤਾਂ ਉਹਦੀ ਪੂਰੀ ਹੋਏਗੀ। ਜੇ ਕਿਸੇ ਦੇ ਅੰਦਰ ਸ਼ੁਭ ਭਾਵਨਾ ਹੋਏਗੀ ਨਹੀਂ ਤਾਂ ਉਹਦੀ ਪੂਰੀ ਕਿਵੇਂ ਹੋਵੇਗੀ? ਸ਼ੁਭ ਭਾਵਨਾ ਕੀ ਹੈ? ਵੀ ਚੰਗਾ ਦੇਖਣਾ, ਚੰਗਾ ਸੁਣਨਾ, ਚੰਗਾ ਬੋਲਣਾ, ਇਹ ਸਾਰੀਆਂ ਸ਼ੁਭ ਭਾਵਨਾਵਾਂ ਹਨ। ਗੁਰੂ ਨੂੰ ਦੇਖਣਾ, ਗੁਰੂ ਦਾ ਜਸ ਗਾਉਣਾ ਅਤੇ ਜਾਂ ਚੰਗੇ ਇਨਸਾਨ ਬਣਨਾ, ਇਹ ਜਿਹੜੀਆਂ ਨੇ ਸ਼ੁਭ ਭਾਵਨਾਵਾਂ, ਇਹ ਪੂਰੀਆਂ ਕਰੀ ਅਤੇ ਗੁਰੂ ਉਹੀ ਭਾਵਨਾ ਪੂਰੀਆਂ ਕਰਦਾ ਹੈ ਜਿਸ ਦੇ ਅੰਦਰ ਪਰਤ੍ਰੈ ਰੂਪ ਹੁੰਦਾ, ਪਰ ਨਿੰਦਾ ਹੁੰਦੀ ਹੈ, ਅਤੇ ਜਿਸ ਦੇ ਅੰਦਰ ਦੂਸਰੇ ਦੇ ਵਿਚਾਰ ਹੁੰਦੇ ਨੇ, ਕਿਸੇ ਦੇ ਪ੍ਰਤੀ ਆਪਣੇ ਅੰਦਰ ਗਲਤ ਵਿਚਾਰ ਹੁੰਦੇ ਨੇ। ਉਹ ਜਿਹੜੇ ਇਨਸਾਨ ਦੇ ਉੱਪਰ ਪਰਮੇਸ਼ਰ ਦੀ ਮਿਹਰ ਖਤਮ ਹੁੰਦੀ ਹੈ ਅਤੇ ਪੁੰਨ ਜਿਹੜੇ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪੁੰਨ ਬਣਾ ਮਿਲ ਸਾਧੂ ਪੀਵਨਹਾਰ। ਮਾਲਕ ਦੇ ਨਾਮ ਦੀ ਅੰਮ੍ਰਿਤਮਈ ਬੂੰਦ ਬਹੁਤ ਸੋਹਣੀ ਹੈ, ਬੜੀ ਸੁਹਾਵਣੀ ਹੈ, ਅਤੇ ਰੱਬ ਦੇ ਪਿਆਰਿਆਂ ਦੇ ਨਾਲ ਗੁਰੂ ਦੇ ਸ਼ਬਦ ਦੁਆਰਾ ਇਸ ਨੂੰ ਪੀ ਕੇ ਆਪਣੇ ਜੀਵਨ ਨੂੰ ਸਵਾਰ ਲੈ, ਆਪਣੇ ਜੀਵਨ ਨੂੰ ਚੰਗਾ ਬਣਾ ਲੈ। 1 3 ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। 3 ਦਾ ਮਤਲਬ ਹੁੰਦਾ ਘਾਹ, ਮੌਲਿਆ ਦਾ ਮਤਲਬ ਹੁੰਦਾ ਹਰਿਆ ਭਰਿਆ।
ਮਹਾਰਾਜ ਜੀ ਕਹਿੰਦੇ ਉਸ ਨਾਮ ਦੇ ਨਾਲ ਤੇ ਬਨਸਪਤੀ ਹਰੀ ਹੋ ਜਾਂਦੀ ਹੈ। ਗੁਰ ਵਨ ਤਿੰਨ ਹਰਿਆਂ ਕੀਤਿਆਂ ਨਾਨਕਾ ਕਿਆ ਮਨੁੱਖ। ਗੁਰੂ ਤੇ ਵਾਤਾਵਰਨ ਨੂੰ, ਗੁਰੂ ਤੇ ਦੇਖੋ ਮਤਲਬ ਹੁਣ ਕਿੰਨਾ ਸੋਹਣਾ ਠੰਡਾ ਬਾਹਰ ਹੌਲੀ ਹੌਲੀ ਮੌਸਮ ਕੱਲ੍ਹ ਪਰਸੋਂ ਦਾ ਥੋੜ੍ਹਾ ਚੱਲ ਰਿਹਾ ਹੈ। ਇਹ ਮਤਲਬ ਪਰਮੇਸ਼ਰ ਕਰਕੇ ਹੀ ਹੈ। ਅਸੀਂ ਏਸੀ ਨਾਲ ਵੀ ਉਨੀ ਠੰਡਕ ਨਹੀਂ ਲੈ ਸਕਦੇ ਜਿੰਨੀ ਕੁਦਰਤ ਠੰਡ ਦਿੰਦੀ ਹੈ। ਕੁਦਰਤ ਨੇ ਹਵਾ ਚਲਾਈ, ਹਰਿਆਲੀ ਲਿਆਂਦੀ ਅਤੇ ਸਾਰੇ ਪਾਸੇ ਸਾਰਿਆਂ ਜੀਵਾਂ ਨੂੰ, ਜੋ ਖੁੱਡ ਵਿੱਚ ਬੈਠੇ ਨੇ ਜੀਵ, ਉਹਨਾਂ ਨੂੰ ਵੀ ਤਪਸ਼ ਤੋਂ ਰਾਹਤ ਮਿਲੀ। ਰਾਹਤ ਮਿਲੀ ਮਤਲਬ ਕਦੋਂ ਮਿਲੀ? ਜਦੋਂ ਵਨ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਜਦੋਂ ਉਸ ਮਾਲਕ ਨੇ ਆਪਣਾ ਮੇਘ ਵਰਸਾਇਆ, ਬਰਸੇ ਮੇਘ ਸਖੀ ਘਰ ਪਾਹੁਣ ਆਏ। ਜਦੋਂ ਉਸ ਦੀ ਮਿਹਰ ਕਿਰਪਾ ਦਾ ਮੇਘ ਜਾਂ ਮੀਂਹ ਵਰਸਿਆ ਅਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਕਿਰਪਾ ਹੋਈ, ਫਿਰ ਦਇਆ ਹੋਈ, ਫਿਰ ਮਿਹਰ ਹੋਈ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨਹਾਰ। ਵਨ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਸੋ ਉਸ ਦੀ ਕਿਰਪਾ ਦੇ ਨਾਲ ਸਾਰੀ ਸ੍ਰਿਸ਼ਟੀ ਬਨਸਪਤੀ ਗੁਰੂ ਸਾਹਿਬ ਜੀ ਕਹਿੰਦੇ ਹਰੀ ਭਰੀ ਹੋ ਗਈ। ਮੌਲਿਆ ਮਤਲਬ ਹਰੀ ਭਰੀ ਹੋ ਗਈ। ਔਰ ਸਮਰੱਥ ਪੁਰਖ ਅਪਾਰ। ਇਹ ਸਭ ਕੁਝ ਕਰਨ ਜੋਗਾ ਕੇਵਲ ਇੱਕ ਹੀ ਵਿਆਪਕ ਰੂਪ ਪਿਤਾ ਪਰਮਾਤਮਾ ਹੈ। ਸਾਰੀ ਸ੍ਰਿਸ਼ਟੀ ਨੂੰ ਹਰਿਆ ਕਿਹਨੇ ਕੀਤਾ? ਮਾਲਕ ਨੇ। ਧਿਆਨ ਦੇਣਾ, ਅਸੀਂ ਖੁਦ ਹਰੇ ਹੋਣਾ ਹੋਵੇ ਤਾਂ ਬੜੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਹਰੇ ਦਾ ਮਤਲਬ ਹੁੰਦਾ ਖੁਸ਼ਹਾਲੀ, ਸ਼ਾਂਤੀ। ਅਸੀਂ ਕੇਵਲ ਆਪਣੇ ਆਪ ਨੂੰ ਖੁਸ਼ਹਾਲੀ ਜਾਂ ਸ਼ਾਂਤੀ ਦੇਣੀ ਹੋਵੇ, ਆਪਣੇ ਆਪ ਨੂੰ ਖੁਸ਼ਹਾਲੀ ਜਾਂ ਸ਼ਾਂਤੀ ਦੇਣੀ ਹੋਵੇ ਅਤੇ ਸਤ ਸੰਗਤ ਜੀ ਸਾਨੂੰ ਬੜੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਖੁਦ ਨੂੰ ਬੰਦੇ ਨੇ ਸ਼ਾਂਤ ਕਰਨਾ ਹੋਵੇ, ਖੁਸ਼ਹਾਲ ਕਰਨਾ ਹੋਵੇ ਅਤੇ ਬੜੀ ਮਿਹਨਤ ਭਜਨ ਬੰਦਗੀ ਕਰਨੀ ਪੈਂਦੀ ਹੈ। ਜੇ ਆਪਣੇ ਸਾਹਮਣੇ ਵਾਲੇ ਨੂੰ ਸ਼ਾਂਤ ਖੁਸ਼ ਕਰਨਾ ਹੋਵੇ, ਜੇ ਸਾਰੇ ਸੰਸਾਰ ਨੂੰ ਖੁਸ਼ ਅਤੇ ਸ਼ਾਂਤ ਕਰਨਾ ਹੋਵੇ, ਜੇ ਸਾਰੀ ਬਨਸਪਤੀ ਨੂੰ ਸ਼ਾਂਤ ਕਰਨਾ ਹੋਵੇ, ਖੁਸ਼ਹਾਲ ਕਰਨਾ ਹੋਵੇ, ਅਤੇ ਫਿਰ ਇਹ ਕੌਣ ਕਰਦਾ? ਸਮਰੱਥ ਪੁਰਖ। ਸਮਰੱਥ ਪੁਰਖ ਅਪਾਰ। ਜਾਂ ਰੱਬ, ਜਾਂ ਜਿਹੜਾ ਰੱਬ ਵਰਗਾ ਕੋਈ ਦੁਨੀਆ ਵਿੱਚ ਨਾਨਕ ਕੋਟਣ ਮੈਂ ਕਹੂੰ। ਜਿਹੜਾ ਭਗਤ ਗੁਰੂ ਕਹਿ ਦਈਏ, ਰੱਬ ਦਾ ਪਿਆਰਾ ਕਹਿ ਲਈਏ, ਉਹ ਵਿਰਲਾ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਹਰਿਆ ਵੀ ਕਰ ਸਕਦਾ। ਜਾਂ ਇੱਕ ਹੋਰ ਪੰਕਤੀ ਪੜ੍ਹਦੇ ਹਾਂ, ਆਪ ਮੁਗਧ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕੋਈ ਨਾ ਕੋਈ ਜਨ ਹੈ। ਜਿਵੇਂ ਗੁਰੂ ਨਾਨਕ ਮਹਾਰਾਜ ਜੀ ਜਨ ਵੀ ਹਨ, ਉਹ ਇਸ ਸੰਸਾਰ 'ਤੇ ਜਨ ਬਣ ਕੇ ਵੀ ਆਏ ਨੇ। ਜਨ ਕਹੇ ਨਾਨਕ, ਇਸ ਤਰ੍ਹਾਂ ਉਹ ਸ਼ਬਦਾਂ ਵਿੱਚ ਆਉਂਦਾ। ਉਹ ਇਸ ਐਸੇ ਜਿਹੜੇ ਜਨ ਨੇ, ਗੁਰੂ ਦੇ ਰੂਪ ਦੇ, ਭਗਤ ਦੇ ਰੂਪ ਦੇ, ਭੱਟਾਂ ਦੇ ਰੂਪ ਦੇ ਵਿੱਚ, ਸਿੱਖਾਂ ਦੇ ਰੂਪ ਦੇ ਵਿੱਚ, ਸ਼ਹੀਦਾਂ ਦੇ ਰੂਪ ਦੇ ਵਿੱਚ, ਰੱਬ ਦੇ ਪਿਆਰਿਆਂ ਦੇ ਰੂਪ ਦੇ ਵਿੱਚ ਇਸ ਧਰਤੀ 'ਤੇ ਆਏ। ਉਹਨਾਂ ਦੇ ਕੋਲ ਬਹੁਤ ਵੱਡੀ ਸਮਰੱਥਾ ਸੀ। ਉਹਨਾਂ ਦੇ ਕੋਲ ਬਹੁਤ ਵੱਡਾ ਗਿਆਨ ਸੀ। ਉਹਨਾਂ ਦੇ ਕੋਲ ਬਹੁਤ ਵੱਡੀ ਸ਼ਕਤੀ ਸੀ ਪਰਮੇਸ਼ਰ ਦੇ ਦਿੱਤੀ। ਉਹ ਜਿੱਥੇ ਵੀ ਗਏ, ਉੱਥੇ ਦੀ ਜ਼ਮੀਨ, ਉੱਥੇ ਦੀ ਬਨਸਪਤੀ, ਉੱਥੇ ਦਾ ਵਾਤਾਵਰਨ, ਉੱਥੇ ਦੇ ਸ਼ਹਿਰ, ਉੱਥੇ ਦੇ ਲੋਕ, ਉਹ ਖੁਸ਼ਹਾਲ ਹੋ ਗਏ, ਸ਼ਾਂਤ ਹੋ ਗਏ। ਕਿਉਂਕਿ ਬਾਣੀ ਦੀ ਪੰਕਤੀ ਹੈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੁਆ। ਵੀ ਜਿੱਥੇ ਮਹਾਰਾਜ ਦੇ ਪਿਆਰੇ ਜਾਂ ਮਹਾਰਾਜ ਜੀ ਦੀ ਬਾਣੀ ਜਾਂ ਮਹਾਰਾਜ ਆਪ ਜਾਂਦੇ ਨੇ, ਉਹ ਜਿਹੜੀ ਧਰਤੀ, ਉਹ ਸਭ ਕੁਛ ਜਿਹੜਾ ਹਰਿਆ ਭਰਿਆ ਹੋ ਜਾਂਦਾ। ਕੌਣ ਕਰਦਾ? ਸਮਰੱਥ ਪੁਰਖ ਅਪਾਰ, ਜਿਹੜਾ ਵਿਆਪਕ ਹੈ ਅਤੇ ਬੇਅੰਤ ਹੈ। ਅਸੀਂ ਵਿਆਪਕ ਨਹੀਂ ਹਾਂ, ਸਾਡੀ ਸੋਚ ਵਿਆਪਕ ਹੈ। ਸਾਡੀ ਸੋਚ ਸੂਖਮ ਵੀ ਹੈ ਅਤੇ ਸਾਡੀ ਸੋਚ ਵਿਆਪਕ ਵੀ ਹੈ। ਧਿਆਨ ਦੇਣਾ, ਸੋਚ ਵਿਆਪਕ ਹੈ, ਸਰੀਰ ਨਹੀਂ। ਬੜੀ ਪਿਆਰੀ ਵਿਚਾਰ ਆਈ ਹੈ। ਸੋਚ ਵਿਚਾਰ, ਸਾਡੀ ਸੋਚ ਇਸ ਵੇਲੇ ਭਾਵੇਂ ਤੁਸੀਂ ਫੋਰਨ ਕੰਟਰੀ ਪਹੁੰਚ ਜਾਓ, ਵਿਆਪਕ ਹੈ। ਸੋਚ ਦੇ ਨਾਲ ਕਿਸੇ ਦਾ ਬੁਰਾ ਸੋਚ ਲਓ, ਵਿਆਪਕ ਹੈ। ਸੋਚ ਦੇ ਨਾਲ ਕਿਸੇ ਦਾ ਭਲਾ ਸੋਚ ਲਓ, ਵਿਆਪਕ ਹੈ।
परम पिता परमात्मा भी व्यापक रूप दे विच सारे संसार दे विच है। साडा शरीर व्यापक नहीं है, ये शरीर इस धरती ते है तो दूजी धरती ते नहीं है। सोच साडी इस धरती ते है तो दूजी धरती ते भी है। जिथे जिथे बंदे ने यात्रा की असी सोच उत्थे लैके जा सकते हैं, क्योंकि सोच सूखम है। सूखम चीज़ जिहड़ी है वो दिसदी नहीं, वो पकड़ दे विच नहीं आउंदी, हत्थ विच नहीं आउंदी। सूखम है सोच, सूखम है सोच, व्यापक है। परम पिता परमेश्वर व्यापक है, इस करके उहदे विच ताकत है सारी सृष्टि विच प्रवेश करन दी। जिन्हों कहते हैं बलहारी खुद दसिया, तेरा अंत न जाई लखिया रखिया, समरथ पुरख अपार। तो अगली पंक्ति बड़ी प्यारी है, हर मिलने नो मन लोचदा कर्म मिलावन हार। ये पंक्ति विच निचोड़ है बस भी जिन्ने असी बैठे हाँ सारे ही चाहते हाँ मालक नूं मिल जाइए। अल्लाह नूं दुनिया मिलना चाहती है, प्रभु नूं मिलना चाहती है, परमेश्वर नूं मिलना चाहती है, राम भगवान वाहिगुरू नूं मिलना चाहती है। पर जिहड़ी पंक्ति पढ़ी है इहदे विचों लभदे हाँ, देखदे हाँ, खोजदे हाँ भी किन्नों मिलाउंदा है, किन्नों मिलाउंदा है। एक बाणी की पंक्ति हो रही नाल मेरी याद आ रही है, कोई आन मिलावे मेरा प्रीतम प्यारा, हुण तिस पैसे आप बचाई। ध्यान देना, किसी ने उदाहरण लेने संसार की, फिर पंक्ति नाल जुड़ते हैं। किसी ने प्रदेश जाना होवे, जां पहलां वो एजेंट करदा, जां वो फिर जिथे कागज पत्र बनते हैं बाहर जाण दे उन्हां कोल सारी फाइल तैयार करदा, जां अजकल ऑनलाइन तुसीं वो साइट कड्ढो, ऐप कड्ढो, उहदे विच जाके सारा कुछ तुहाडे सामने आएगा। उन्होंने फिल करके अपना नाम भर के सारे अपने डॉकूमेंट्स उहदे विच सबूत दे के, मतलब स्कैन करके तुसी डायरैक्ट भी जिहड़ा है अजकल दा सिस्टम जिहड़ा खास करके कैनेडा दा, तुसी घर बैठे ही ऑनलाइन जिहड़ा है वो सब कुछ कर सकते हो, अप्लाई कर सकते हो। देखो जिवें उहदे विच सब कुछ भर गया, उहदे विच भर गया, भरन तो बाद फिर वो जिहड़ी अगे ऑफिसर जिहड़े लोग ने उन्हां कोल वो एप्लीकेशन जाती है, वो इनकुआरी करते हैं उधरे मुल्क की, इधर की भी इनकुआरी करते हैं भी ये बंदा वाकई वसनीक है, ये अपराधी तो नहीं, क्रिमिनल बंदा तो नहीं, ये बंदे का पिछोकड़ की है, तो यदा पिछला जीवन की है, सारा कुछ देख परख के ये वापस आ सकता है। एक टूरिस्ट है, विजिटर है, तो ये सब कुछ जान, जां इहदा कोई उत्थे रिश्तेदार है, ये सारिया चीज़ां होण ते वो वीज़ा ला देंदे ने, पहुँचता फिर भी नहीं बंदा, क्योंकि पहुँचता फिर भी नहीं। अद्धे जिहड़े ने कई बारी तो जिस देश दे विचों चढ़ना होंदे उत्थे ही नहीं चढ़ पाउंदे, तो कई चढ़ जाते हैं, उत्थे उतर के इमीग्रेशन ऑफिसर जिहड़ा उन्होंने क्लीयर नहीं करता, वो कहता मैनूं डाउट है। उत्थे दा इमीग्रेशन ऑफिसर भी लगे हुए वीज़े नूं, इत्थे दी भी जिहड़ी जां इंडिया तो कोई जांदा, इत्थे भी उन्होंने भावें जाण दी आग्या मिली होवे, अध चों जिथे स्टे हुंदा उत्थे कई असीं मुड़दे देखे ने। कोई जर्मन में वापस कहते जाओ जी वापस, वी आर नॉट सैटिस्फाई, तुहाडे डॉकूमेंट तो असीं सैटिस्फाई नहीं। इदां दीयां गल्लां असीं देखियां भी होईयां भी है, पर उन्होंने फिर सैटिस्फाई करना पैंदा। उत्थे जाके भी जे पूरा भरोसा उन्होंने ना साडे दे होवे ते बंदा दूसरे देश जिहड़ा बाहर निकल नहीं सकता। थोड़ी जी दूरी रह गई होंदी है, पहुँच गया होंदा है उत्थे एयरपोर्ट ते, पर निकल नहीं सकता। क्यों? क्योंकि जदों तक इसनूं उत्थों आग्या नहीं मिलती, बस इस तरह ही है। जिहड़ा कोई वाहिगुरू का प्यारा हुंदा ना, जिवें असीं भगत वड्डा राजा जनक है उहदी उदाहरण लैंदे हैं ना, तो उसने भी अपनी भगती करके नाम करके, क्योंकि शब्द आया कर्म मिलावनहार, उन्हें अपनी भगती करके शक्ति करके नरकां दे कुंडां दे कुंड रिहा कराते। उस वेले परमेश्वर जल थल मैयर भरपुर लीना है सी। जदों राजा जनक जी आए उदों भी परमेश्वर रब है सी, जदों कृष्ण जी आए या रामचंद्र जी आए उदों भी वो परमेश्वर एक जिहड़ा सुभायमान सी। फिर उन्हां दे राही लोग क्यों उत्थे पहुँचना चाहुंदे हन? क्योंकि रब ने उन्होंने पावर दी होंदी है, उन्होंने जिहड़ी स्टैंप होंदी है ना, जिवें पहलां बेनती की है ना, बाहर किसी ने जाना वो स्टैंपां बड़ियां काम करदियां। जदों तक वो स्टैंप नहीं लाउंदा ना उदों तक बंदा पास नहीं हुंदा।
ਜਾਂ इंज कह लीए जदों तक राजे जनक ने अपनी एक घड़ी का सिमरन नहीं रखिया सी उस इंसाफ के तराजू विच, उदों तक नरकां दे कुंड जिहड़े सी वो खाली नहीं सी होए। बदले कुछ देना पैंदा है। जे किसी ने कोई मुक्ति लैनी उहदे बदले कुछ देना पैंदा है। जे किसी ने ध्यान देना, जे किसी ने रब नूं पाउणा उहदे बदले भी कुछ देना पैंदा है। जे किसी ने रब दा राह किसी राही देखना उहदे बदले भी कुछ देना पैंदा। पंक्ति पढ़ लैंदे आ, जिहड़ा रब दे राह ते तोरदा है। ध्यान देना, सानू कोई थोड़ा जिहा भी किसी सरकारी महकमे बारे जानकारी दे दे, असीं कहने धन्नवाद तुहाडा, बहुत मेहरबानी, साडा काम सौखा हो गया। जां साडे कोई कागज़ पत्र कंप्लीट करके साडा काम करा देना, कई बार उहदे गोड्यां नूं भी हत्थ ला दिंदे आ भी बड़ा खज्जल खुआर होए आ, बड़ी मुश्किल काम बनाया तूं, तेरा धन्नवाद। तो जिहड़ा उस सच्चखंड तक पहुँचाउण दी ताकत जां जानकारी रखदा होवे, महाराज जी उहदे लई पंक्ति उचारण करदे ने, हाँ मन अर्पी सब तन अर्पी, अर्पी सब देसा, हाँ सिर अर्पी तिस मीत प्यारे, जो प्रभ दे संदेशा। जिहड़ा रब दी गल सुनावे जां रब दे नाल जोड़े जां रब दे घर वल भेजे, वो कुछ भी नहीं मंगदा। ध्यान देना, पर उस दी कीमत कोई नहीं। ध्यान देना, वो मंगदा कुछ भी नहीं। मैं पहला बेनती की थोड़े जे काम नूं हल कराउण दे लई असीं अंग्रेजी दे लम्मे लम्मे लफ्ज़, पंजाबी दी लम्मे लम्मे वाक वरतदे आ। तुहाडा धन्नवाद जी, तुहाडा शुक्रिया जी, थैंक यू जी, वेरी मच जी, बहुत कुछ कहंदे आ। ते जिहड़ा कोई साधु संत फकीर जां रब दा प्यारा जां गुरसिख प्यारा होवे, कि असीं उस दा इस तरीके दे नाल कदी धन्नवाद कीता, तां ही सत्संग जी इन्नी कीमती चीज़ अंदर जिहड़ी गुरु साहब वसाउंदा नहीं। क्यों? क्योंकि विन गाहक गुण वेचिए तो गुण सैग हो जाए। जे गाहक उस चीज़ की कदर ना करे, सामने पदार्थ वस्तु की, तो ना वो वस्तु की कीमत की कोई कदर होंदी है भी ये किन्नी क कीमती है, ना वो वस्तु सानू लाभ दिंदी है, तो वो वस्तु जिहड़ी है वो जीरो जी हो जाती है। तो जिथे पई सी अजे उत्थे उसकी कीमत सी दुकान ते, पर जिस लोड़ सी लोड़ नहीं सी एवं चक लिया, तो उसनों उसकी कदर का कोई पता नहीं। इस करके जिहड़ी चीज़ कीमती होवे ओदी कदर करनी बनती है। जिहड़ी चीज़ कीमती होवे ओदी कदर करनी बनती है, नाम की कदर करनी बनती है। तो जिसका मन हर मिलने नूं मन लोचदा कर्म मिलावन हार, कर्मां की भी कदर करनी चाहिए, चाहे असी करिए चाहे साडे लई कोई करे। ध्यान देना, एक असी खुद कर्म करते हैं, एक कोई साडे लई कर्म करता है। कुछ असी अपने भले लई खुद कर्म करते हैं, कोई साडे भले लई कुछ करता है। ध्यान देना, इस करके वो कर्म जिहड़े ही मनुख नूं परमेश्वर नाल मिला देंदे ने, कर्म ही परमेश्वर नालों दूर कर देंदे ने। जिहड़ा कदरदान रब की कदर करता है, जिहड़ा कदरदान गुरु के प्यारिਆਂ की कदर करता है, जिहड़ा कदरदान गुरु की बाणी नूं सरवण करके बाणी की कदर करता है, कथा की कीर्तन की जां कुछ भी है उसकी कदर करता है, रब उसकी कदर करता है, वो एक कर्म बन जाता है। तो कदरदान नूं हमेशा रब उच्ची जगह पर बिठाउंदा है, अपने कोल बिठाउंदा है, अपनी गोद विच बिठाउंदा है। मतलब कर्म मिलावनहार, तू कर्म जिस तरह के करेगा वो मुताबिक तैनू वो मिल जाएगा, या तू उस तो दूर हो जाएगा। सो मिलने नूं महाराज जी कहते मन लोचदा है, पर जदों कर्म सामने आउंदे ने कर्मां ने मिलाउणा किवें। एक होर पंक्ति पढ़ लैंदे आ, क्लीयर हो जाएगी ये पंक्ति। किरत कर्म के विछड़े कर कृपा मिलो राम। असी जिन्नियां ने भी परमेश्वर नाल मिलना है वो कर्मा करके मिलना है। कर्म की है? दान पुण्य भी कर्म है, भजन बंदगी भी कर्म है, कीर्तन कथा सुननी सुनानी भी कर्म है। तो जिवें मैं पहला बेनती की है, बुरा देखना, बुरा सोचना, बुरा बोलना, ये भी कर्म ने। जोड़ घटाओ बड़ा चलता, ध्यान देना। एक पंक्ति ये बाणी दी आउंदी है, लेखे कत है ना छोटी है खिन खिन भूलनहार। जे कोई इंज कहेगा तो बच जाएगा। बख्शनहार बख्श लै नानक बारोदार। जिहड़ा इस तरह
बेनती करेगा वो फारग हो जाएगा, मतलब निकल जाएगा, बच जाएगा। जिहड़ा कहेगा हाँ मैं तो जिंदगी दे विच बहुत भला कीता, बड़े चंगे काम कीते ने, हथी कीते हुण सोचना ही नहीं। ध्यान देना, हथी भावें दान पुण कीता होवे, नक भावें रगड़िया होवे, पर सोच थोड़ा रगड़ी है, शीश नवाई है, क्या थी है यारे दे कसुदे जाए। की पता तेरी सोच ने करम कीता ना होवे, की पता मैं सवेर दा जिहड़ा बैठा मेरी सोच ने वो कर्म ना कीता होवे जिहड़ा उत्थे प्रवान हुंदा। जे मेरी सोच विच कोई किसी प्रति गलत 1% भी चल रहा है, मेरा कर्म नहीं होएगा, वो माड़ा कर्म होएगा। उस माड़े कर्म ने मेरे शुभ कर्म नूं नष्ट करके मैनू लेखे दे विच जां सानू लेखे दे कटहरे दे विच खड़ा करना है, कर्म मिलावन हार। इस करके गुरु साहब जी कहते वो कर्म कर जी उसनों मिलना है। सो असी आम ही कह देंगे चंगी कर्म करया करो, चंगे कर्म करया करो, पर चंगा कर्म करना सौखा नहीं। इनों ही कहते ने खन्ने हों तिखी वाल हों निक्की, एत मार्ग जाना यही औखा। आखण औखा साचा नाओ, वो तो असी मैं भी पढ़ दी 5 बाणियां, तुम भी पढ़ लिया होणगियां जां पढ़निया होणगियां। उन्होंने नहीं कहा भी आखना औखा, वो तो सौखा ही जीव चलती है, पढ़ी जाने, वो तो सुत्तियां भी कई बार पढ़ी जाती है। उन्होंने आखना औखा नहीं, मतलब नाम नूं कमाउणा, नाम ते चलना। जे नाम कहता है भी सच ते पहरा देना, तो की मैं सच ते पहरा दे रहा, कि मैं सारिਆਂ ਦੇ ਵਿੱਚ समानता देखदा ना, कि मैं सारिਆਂ ਦੇ ਵਿੱਚ एक नज़रिए ਦੇ ਨਾਲ विचर रहा। ਇਹਨੂੰ ਕਹਿੰਦੇ ਨੇ ਆਖਣਾ ਔਖਾ ਸੱਚਾ ਨਾ ਹੋ, ਵੀ ਉਸ ਸੱਚੇ ਨਾਮ ਦੀ ਕਮਾਈ ਨੂੰ ਅੱਗੇ ਪ੍ਰੈਕਟੀਕਲ ਜੀਵਨ ਦੇ ਵਿੱਚ ਢਾਲਣਾ, ਇਹਨੂੰ ਹੀ ਕਹਿੰਦੇ ਨੇ ਆਖਣਾ ਔਖਾ ਸੱਚਾ ਨਾ ਹੋ। ਸੋ ਜਿਸ ਨੇ ਇਸ ਤਰ੍ਹਾਂ ਦੇ ਕਰਮ ਕੀਤੇ ਨੇ, ਮਤਲਬ ਚੰਗੇ ਸੋਚ ਵਿਚਾਰ ਵਾਲੇ, ਉਹਨਾਂ ਨੂੰ ਮਿਲਾ ਦੇਗਾ ਰੱਬ। ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ, ਜਿਨੀ ਸਖੀ ਆਪਣਾ ਪਾਇਆ ਹੋ ਤਿਨ ਕੈ ਸਦ ਬਲਿਹਾਰ। ਜਿਹੜੀਆਂ ਗੁਰਮੁਖ ਸਹੇਲੀਆਂ ਜਾਂ ਇਸਤਰੀਆਂ ਨੇ, ਗੁਰੂ ਸਾਹਿਬ ਜੀ ਕਹਿੰਦੇ ਉਸ ਨੂੰ ਪਾਇਆ, ਉਸ ਦਾ ਮਿਲਾਪ ਕੀਤਾ। ਹੋਂ ਕੁਰਬਾਨੇ ਜਾਉ ਤਿਨਾ ਕੇ, ਹੋਂ ਕੁਰਬਾਨੇ ਜਾਉ, हों कुरबाने जाऊँ तिना के, लैन जो तेरा नाम, लैन जो तेरा नाम तिना के, हों सद कुरबाने जाऊँ। जिनके चोले रतड़े प्यारे कन तिना के पास, जिनी सखीए पर पाया हों तिनके सद बलिहार। जिन्होंने उस दा प्रभु का मिलाप किया, जां प्रभु के गुण जिस विच आए। प्रभु का मिलाप कोई बाहरी दृश्य नहीं है, प्रभु का मिलाप बाहरी दृश्य नहीं है, अंदरों बदल जाना प्रभु का मिलाप है। नैगेटिविटी जी है पॉजिटिविटी दे विच आ जाए, ये प्रभु का मिलाप है। माड़ा सुभाव चंगा चंगा बन जाए, इनू ही प्रभु का मिलाप कहते हैं। होर कोई मिलाप होर चीज़ नहीं है कि कोई सामने साढ़े 5-10 फुट की कोई चीज़ आएगी, उन्होंने देखांगे तो फिर कहांगे मिलाप 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 ना। शरीर मैं जिवें पहलां बेनती कर दी, रब भी व्यापक तो रूह भी व्यापक, शरीर नहीं व्यापक। शरीर उस तरीके दे नाल नहीं मिलते जिद्दां असीं गलवकड़ी लैके मिलते हैं, शरीर उस तरह नहीं मिलते उस रब नाल, क्योंकि असीं अंश हाँ, उहदी रूह जिहड़ी है परम पिता परमात्मा दी अंश है, तो इस करके ये व्यापक है। व्यापक चीज़ जिहड़ी है वो दिसदी नहीं, तो पर वो है। जिवें दर्द व्यापक रूप दे विच है, खुशी व्यापक रूप दे विच है, जां दुख व्यापक रूप दे विच है। इस करके महाराज जी कहते जिनी सखीए पर पाया हूँ तिनकै सद बलहार, नानक हर जी मया कर शब्द सवारनहार। सो महाराज जी प्रमाण कर दे, हे मेरे मालक मेहा कर, मेहर कर, मैनू शब्द दे नाल अपने आप नू सवार दे। सावन तिना सुहागनी जिन राम नाम उरहार। सो सावन दे विच खेड़ा खुशी ते ठंडक मिलती है। वो जीव इस्त्रियाँ सुहागना हो जांदियां हन जिन्होंने परमात्मा दे नाम दा हार अपने गले विच पाया होया है। उन्होंने खेड़ा ते ठंडक मिलती है, उन्होंने खेड़ा ते ठंडक मिलती है। इस अज दे जो महीना प्रवेश होया साउण दा जां सावन दा कह दिंदे आ, उस दी शब्द विचार बहुत ही प्यारे ढंग दे नाल गुरु साहब ने आप ही मेहर किरपा करके सेवा लई है। गुरु साहब इस दा भाव अर्थ साडे हिरदे विच वसाउण और साडा जीवन जिहड़ा है गुरमत वाला बने और सब दा गुरु साहब भला करे, सब नूं खुशियां, सब दे बच्चों नूं तरक्कियां रब देवे। अखीर दे विच मैं एक विचार कह के समाप्ति करन लगा।
जे असी मैं तुसी सारिਆਂ ने खुशी लैनी है ना, जे असी सारे तंदुरुस्त होना चाਹੁੰਦੇ हाँ ਜਾਂ ਸਾਰੇ ਸੁਖੀ ਹੋਣਾ ਚਾਹੁੰਦੇ ਹਾਂ, ਅਸੀਂ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰ ਦਈਏ, ਦੂਜੇ ਨੂੰ ਖੁਸ਼ ਕਰਨਾ ਸ਼ੁਰੂ ਕਰ ਦਈਏ, ਦੂਜੇ ਨੂੰ ਹਸਾਉਣਾ ਸ਼ੁਰੂ ਕਰ ਦਈਏ, ਦੂਜੇ ਦਾ ਭਲਾ ਮੰਗਣਾ ਸ਼ੁਰੂ ਕਰ ਦਈਏ, ਦੂਜੇ ਦੇ ਭਲੇ ਦੀ ਕਾਮਨਾ ਸ਼ੁਰੂ ਕਰ ਦਈਏ। याद रखना, और वो भला जिहड़ा इस दे घर तो शुरू होएगा, बड़ी बार मैं रिपीट किया है, ये सच्ची गल है। उसनों खुशी भी मिलेगी, शांति भी मिलेगी, तंदुरुस्ती भी मिलेगी। ये महाराज जी की बाणी दे विच बहुत बार लिखिया है। इस करके सरबत का भला मंगना, सारिਆਂ ਦੇ ਬੱਚਿਆਂ ਦਾ ਭਲਾ मंगना, किसी ने किसी के बच्चे नाल ईर्खा नहीं करनी, किसी ने किसी के परिवार नाल ईर्खा नहीं करनी, सब नूं कहना सुखी वसन। मैं थोड़ा क्या सुखी वसा मोरो परिवार। गुरु गोबिंद सिंह महाराज जी कहते तुसी मेरा परिवार हो, धीआं पुत्रो तुसी सारे खुश रहो, सारे सुखी रहो। तो इस करके असी जो सारिਆਂ ਦੀ खुशी मंगांगे, सारिਆਂ ਦਾ भला मंगांगे, साडा सब तो पहला भला हो जाएगा। सो गुरु साहब जी सब ਦੀਆਂ ਝੋਲੀਆਂ खुशियां नाल भरन। आउण वाला महीना आनंदमई मंगलमई चढ़दी कला दे विच बीते। सो आओ अगला जिहड़ा प्रोग्राम साडे सत्कारयोग सैकटरी साहब आप जी दे नाल साझा करनगे। अज के दिन के बारे भी कुछ विचार साझे करनगे। सो जिन्नी भी संगत आउंदी है, बड़े आप जी दे धन्नवादी हाँ। बहुत ही प्रेम शरधा दे नाल आके आप रोज़ गुरबाणी कथा कीर्तन श्रवण करते हो, सत्कार करते हो, सत्कार देंदे हो। गुरु महाराज जी सब दा भला करन, सब नूं खुशियां बख्शण, हर मैदान फतेह करन। सो गुरुद्वारा सिंह सभा तो हर रोज़ लाइव जड़ी है वो कथा दी विचार दूर दूर तक जाती है। तो जिहड़े बाहर भी लाहा लेंदे हैं, संगतां बड़े प्यार दिंदे हैं। सो आप जी इस तरह भी लाहा लै सकते हो, यूट्यूब पर भी नाम भर के दादा लाहा लै सकते हो। सो गुरु घर दे विच गुरबाणी का नित प्रवाह चलता है। और मैं अगे भी बेनती की, गुरबाणी की विचार कथा जिहड़ी है वो बहुत ज़्यादा मेहनत और बहुत ज़्यादा किताबां पढ़ के सरवण करके विद्वानां नूं सुन के वो गुरु साहब की कृपा नाल इकत्तर करी दी है। फिर तुहाडे नाल वो विचार साझी करी दी है। वो कीमती विचारां हुंदियां हन। बहुत वड्डे वड्डे विद्वानां दे लेख पढ़दा मैं, और बहुत बार उन्हां दीयां चीज़ां जिहड़ियां हन अखबारां विच आर्टिकल आउंदे ने, उन्हां नूं देखिया जांदा है। ते जां गुरमत प्रकाश दे विच बहुत विद्वान आउंदे हन। वो सारी चीज़ मेहनत तो बाद तुहाडे नाल साझी करी दी है। तो इस नूं बड़े ध्यान दे नाल सुणिया करो। और मैं अपनी प्रबंधक कमेटी का बहुत धन्नवाद करदा, प्रधान साहब, सैकटरी साहब, जां होर भी जिन्ने भी मैंबरान हन, जिहड़ी भी सारी संगत भी है, जिहड़े गुरमत प्रचार दे विच भी साथ दिंदे हन। सो आप जी का बहुत सत्कार किया जाता है। सो जो भी गुरपुरब होंदे हैं, जो भी गुरुआं दे दिन होंदे हैं, बड़ी चढ़ती कला दे विच मनाए जाते हैं। पिछे गुरु के लंगर बहुत ही वधिया तरीके नाल लाए गए। इन्हां वास्ते भी प्रबंधकां नूं ये चंगी सोच लई वधाई दिंदा हाँ। सो जिन्ना कुछ भी इत्थे कीता जांदा संगतां दे भले लई कीता जांदा। कदी भी मन विच ऐसा कोई ख्याल ना लियावे भी शायद कोई संगत दे प्रति कोई कदी माड़ी कोई भी चीज़, एक भी जिहड़ी चीज़ इत्थे नहीं कीती जांदी। हमेशा संगत की सहूलत नूं देखिया जांदा है। और संगत दे वास्ते ही हमेशा ही प्रबंधक तत्पर रहिंदे ने, और खुले दिल दे नाल जो भी फंक्शन होंदे हन। सो मैं धन्नवाद करदा इस करके सब दा। सो भुलां चुकां दी खिमा। सो 2 मिनट वास्ते सैकटरी साहब संगतां दे रूबरू होणगे। गुरुद्वारा सिंह सभा म्याणी जिला हुशियारपुर जो लाइव देखते हैं, सत्कार ते प्यार सब दा करो। वाहिगुरू जी का खालसा, वाहिगुरू जी की फतेह। जुग जुग अटल धन धन श्री गुरु ग्रंथ साहब जी की निघी गोद में जुड़ बैठी गुरु प्यारी साध संगत जीओ, वाहिगुरू जी का खालसा, वाहिगुरू जी की फतेह। जिस तरह के आप जी नूं पता है कि अज सावन के महीने की संगरांद की आरंभता हुई है, सावन का महीना आरंभ होया है। उस दे उपलक्ष विच ग्रंथी साहब जी ने आप जी नूं बहुत ही दिल दीआं डूंघाइयां तो इस महीने का सारंश दस्या है कि किस तरह मीह पिया मेरे सतगुरु पाया, जीत जंत सब सुखी वसाया। ये जिहड़ी उस वाहिगुरू का शुकराना किया गया है कि हे सच्चे पातशाह, तुसी जो है मीह पाया है, जो भी उस दे नाल सारे जीव जंतु खुशियां दे नाल चहल पहल करते हैं।